ਸਵਾਲ ਨੰਬਰ 1। ਹੇਠਾਂ ਦਿੱਤੀਆਂ ਸੰਖਿਆਵਾਂ ਦਾ ਲਘੁੱਤਮ ਸਮਾਪ ਵਰਤੈ ਪਤਾ ਕਰੋ। ਹਾਂਜੀ, ਇਸ ਅਭਿਆਸ 3.3 ਦੇ ਵਿੱਚ ਅਸੀਂ ਜੋ ਹੈ ਲਘੁੱਤਮ ਸਮਾਪ ਵਰਤੈ ਬਾਰੇ ਜੋ ਹੈ ਸਿੱਖਣਾ ਹੈ। ਤਾਂ ਚਲੋ ਸਟਾਰਟ ਕਰਦੇ ਹਾਂ। ਹਾਂਜੀ, ਜਿਵੇਂ ਸਾਡੇ ਕੋਲ ਅਭਿਆਸ 3.2 ਜਾਂ ਫਿਰ 3.2 ਦੇ ਵਿੱਚ HCF ਹੈਗਾ ਸੀ, ਠੀਕ ਹੈ, ਮਹੱਤਮ ਸਮਾਪ ਵਰਤਕ। ਇੱਦਾਂ ਹੀ ਜੋ ਸੈਕਿੰਡ ਜੋ ਟਰਮ ਹੈ ਉਹ ਹੈ ਲਘੁੱਤਮ ਸਮਾਪ ਵਰਤੈ। ਇਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਜੋ ਹੈ ਲੋਵੈਸਟ ਕਾਮਨ ਮਲਟੀਪਲ ਜਾਂ ਸ਼ੋਰਟ ਫਾਰਮ ਦੇ ਵਿੱਚ LCM ਵੀ ਕਹਿੰਦੇ ਹਾਂ, ਠੀਕ ਹੈ। ਹਾਂਜੀ, ਲਘੁੱਤਮ ਸਮਾਪ ਵਰਤੈ, ਇੰਗਲਿਸ਼ ਦੇ ਵਿੱਚ ਲੋਵੈਸਟ ਕਾਮਨ ਮਲਟੀਪਲ ਜਾਂ LCM। ਹੁਣ ਅੱਗੇ ਗੱਲ ਕਰ ਲੈਂਦੇ ਹਾਂ ਵੀ ਇਸ ਨੂੰ ਪਤਾ ਕਰਨ ਦੀਆਂ ਵਿਧੀਆਂ ਕਿਹੜੀਆਂ ਨੇ। ਲਘੁੱਤਮ ਸਮਾਪ ਵਰਤੈ ਨੂੰ ਪਤਾ ਕਰਨ ਦੀਆਂ ਹੇਠ ਲਿਖੀਆਂ ਵਿਧੀਆਂ ਹਨ। ਹਾਂਜੀ, ਪਹਿਲੀ ਵਿਧੀ ਹੈ ਗੁਣਜ ਵਿਧੀ, ਤੇ ਦੂਜੀ ਜੋ ਵਿਧੀ ਹੈ ਉਹ ਹੈ ਅਭਾਜ ਗੁਣਨਖੰਡ ਵਿਧੀ। ਤੀਜੀ ਜੋ ਵਿਧੀ ਹੈ ਉਹ ਹੈ ਭਾਗ ਵਿਧੀ। ਹਾਂਜੀ, ਇਹਨਾਂ ਤਿੰਨਾਂ ਵਿਧੀਆਂ ਰਾਹੀਂ ਜੋ ਹੈ ਅਸੀਂ ਇਹ ਜੋ ਲਘੁੱਤਮ ਸਮਾਪ ਵਰਤੈ ਹੈ ਜਾਂ LCM ਹੈ ਇਸ ਨੂੰ ਜੋ ਹੈ ਕੱਢ ਸਕਦੇ ਹਾਂ। ਤਾਂ ਵਾਰੀ-ਵਾਰੀ ਜੋ ਹੈ ਅਸੀਂ ਇੱਕ-ਇੱਕ ਕਰਕੇ ਡਿਸਕਸ ਕਰਾਂਗੇ। ਹਾਂਜੀ, ਮੈਂ ਹੁਣ ਇੱਕ ਐਗਜ਼ਾਮਪਲ ਲੈ ਰਿਹਾ ਹਾਂ ਅਭਾਜ ਗੁਣਨਖੰਡ ਵਿਧੀ ਦਾ। ਤੇ ਜਿਹੜਾ ਸਵਾਲ ਨੰਬਰ 1 ਤੇ 2 ਹੈ, ਇਸ ਐਗਜ਼ਾਮਪਲ ਨੂੰ ਕਰਨ ਤੋਂ ਬਾਅਦ ਉਹ ਸਵਾਲ ਜੋ ਹੈ ਸਾਡੇ ਅਭਿਆਸ 3.3 ਦੇ ਸੌਖੇ ਹੋ ਜਾਣਗੇ, ਠੀਕ ਹੈ। ਜਲਦੀ ਨਾਲ ਜੋ ਹੈ ਪਹਿਲਾਂ ਫਟਾਫਟ ਇਹ ਜੋ ਹੈ ਐਗਜ਼ਾਮਪਲ ਸਮਝ ਲੈਂਦੇ ਹਾਂ ਤੇ ਫਿਰ ਆਪਣਾ ਸਵਾਲ ਜੋ ਹੈ ਸਟਾਰਟ ਕਰਦੇ ਹਾਂ। ਹਾਂਜੀ, ਸਾਡੇ ਕੋਲ ਦੋ ਸੰਖਿਆਵਾਂ ਹੈਗੀਆਂ ਸੀ 12 ਤੇ 48। ਇਹਨਾਂ ਦੇ ਅਭਾਜ ਗੁਣਨਖੰਡ ਕਿਵੇਂ ਲੈਣੇ ਹੈ ਉਹ ਮੈਂ ਤੁਹਾਨੂੰ HCF ਦੇ ਵਿੱਚ ਸਿਖਾਏ ਹੋਏ ਹੈ, ਪਿਛਲੀ ਵਾਰੀ ਜਿਹੜੀ ਅਸੀਂ ਐਕਸਰਸਾਈਜ਼ ਕੀਤੀ ਹੈ ਮਹੱਤਮ ਸਮਾਪ ਵਰਤਕ ਦੀ। ਹਾਂਜੀ, ਤਾਂ ਦੇਖੋ, ਜਿਵੇਂ ਸੰਖਿਆ 12 ਹੈਗੀ ਸੀ, ਇਹ ਜੋ ਹੈ ਜਿਸਤ ਸੰਖਿਆ ਹੈ, ਠੀਕ ਹੈ। ਦੋ ਨਾਲ ਭਾਗ ਹੋ ਸਕਦੀ ਹੈ, ਤਾਂ ਦੋ ਨਾਲ ਭਾਗ ਕਰਾਂਗੇ 12 ਨੂੰ 6 ਆਉਂਦਾ ਹੈ ਜੀ। ਫਿਰ 6 ਨੂੰ ਜੋ ਹੈ ਦੋ ਨਾਲ ਭਾਗ ਕਰਾਂਗੇ 3 ਆਉਂਦਾ ਹੈ। ਫਿਰ 3 ਜੋ ਹੈ ਉਹ ਟਾਂਕ ਸੰਖਿਆ ਹੈ, 3 ਨਾਲ ਭਾਗ ਹੋਏਗੀ ਤਾਂ 1 ਆਉਂਦਾ ਹੈ, ਠੀਕ ਹੈ। ਹਾਂਜੀ, 48 ਵੀ ਜੋ ਹੈ ਉਹ ਜਿਸਤ ਸੰਖਿਆ ਹੈ, ਦੋ ਨਾਲ ਭਾਗ ਕਰਾਂਗੇ ਤਾਂ 24 ਆਉਂਦਾ ਹੈ। ਤੇ 24 ਨੂੰ ਦੋ ਨਾਲ ਭਾਗ ਕਰਾਂਗੇ 12, 12 ਨੂੰ ਦੋ ਨਾਲ ਭਾਗ ਕਰਾਂਗੇ 6, 6 ਨੂੰ ਦੋ ਨਾਲ ਭਾਗ ਕਰਾਂਗੇ 3, ਤੇ 3 ਨੂੰ 3 ਨਾਲ ਭਾਗ ਕਰਾਂਗੇ ਤਾਂ 1। ਹਾਂਜੀ, ਇੱਕ ਤੇ ਆ ਕੇ ਅਸੀਂ ਜੋ ਹੈ ਰੁਕ ਜਾਣਾ ਹੁੰਦਾ ਹੈ, ਬਸ ਇਸ ਤੋਂ ਅੱਗੇ ਜੋ ਹੈ ਡਿਵਾਈਡ ਨਹੀਂ ਹੋ ਸਕਦਾ ਹੈ। ਹੁਣ ਦੇਖੋ, ਜੋ 12 ਦੇ ਜੋ ਗੁਣਨਖੰਡ ਹੈ ਅਭਾਜ ਉਹਨਾਂ ਨੂੰ ਲਿਖ ਲਓ, ਤੇ ਜੋ 48 ਦੇ ਜੋ ਗੁਣਨਖੰਡ ਹੈ ਉਹਨਾਂ ਨੂੰ ਜੋ ਹੈ ਲਿਖ ਲਓ। ਤੇ ਇਸ ਤੋਂ ਬਾਅਦ ਕਰਨਾ ਕੀ ਹੈ, ਅਸੀਂ ਦੇਖੋ ਇਹਨਾਂ ਨੇ ਸਾਂਝੇ ਗੁਣਨਖੰਡ ਤੇ ਬਾਕੀ ਗੁਣਨਖੰਡ ਲਿਖੇ ਹੋਏ ਨੇ। ਮੈਂ ਇੱਕ ਵਾਰੀ ਦੱਸ ਦਿੰਦਾ ਹਾਂ। ਵੈਸੇ ਇਸ ਨੂੰ ਕਰਨ ਦਾ ਇੱਕ ਦੂਜਾ ਮੈਥਡ ਵੀ ਹੈ, ਉਹ ਜ਼ਿਆਦਾ ਈਜ਼ੀ ਹੈ, ਪਰ ਚਲੋ ਇਹਨਾਂ ਨੇ ਦੱਸਿਆ ਹੋਇਆ ਤਾਂ ਇੱਕ ਵਾਰੀ ਮੈਂ ਇਹ ਤੁਹਾਨੂੰ ਸਾਂਝੇ ਗੁਣਨਖੰਡ ਤੇ ਬਾਕੀ ਗੁਣਨਖੰਡ ਵਾਲਾ ਕੰਸੈਪਟ ਕੀ ਹੈ ਉਹ ਸਮਝਾ ਦਿੰਦਾ। ਹਾਂਜੀ, ਸਾਂਝੇ ਗੁਣਨਖੰਡ ਜਿਵੇਂ ਅਸੀਂ ਮਹੱਤਮ ਸਮਾਪ ਵਰਤਕ ਦੇ ਵਿੱਚ ਵੇਖੇ ਸੀ HCF ਦੇ ਵਿੱਚ, ਦੇਖੋ ਇੱਕ ਤਾਂ ਇਹ ਪਹਿਲੇ ਵਾਲਾ 2 ਸਾਂਝਾ ਹੋ ਗਿਆ, ਇੱਕ ਦੂਜੇ ਵਾਲਾ 2 ਜੋ ਹੈ ਸਾਂਝਾ ਹੋ ਗਿਆ, ਤੇ ਇਹ ਵਾਲੇ 2 ਜੋ ਹੈ ਉਹ ਵਾਲੇ ਆ ਗਏ, ਠੀਕ ਹੈ, ਸਾਂਝੇ ਵਾਲੇ 2। ਇੱਕ ਇੱਥੋਂ ਦੀ ਆ ਗਿਆ, ਇੱਕ ਇੱਥੋਂ ਦੀ ਆ ਗਿਆ। ਹਾਂਜੀ, ਤੇ ਇੱਕ ਜੋ ਹੈ ਇਹ ਵਾਲਾ ਜਿਹੜਾ 3 ਹੈ ਇਹ ਜੋ ਹੈ ਸਾਂਝਾ ਹੈ, ਤਾਂ ਇਹ ਵਾਲਾ ਜੋ 3 ਹੈ ਜਾਂ 3 ਹੈ ਉਹ ਇੱਥੇ ਆ ਗਿਆ। ਇਹ ਤਾਂ ਹੋ ਗਏ ਸਾਂਝੇ ਗੁਣਨਖੰਡ। ਹਾਂਜੀ, ਹੁਣ ਇਹ ਦੇਖਣਾ ਵੀ ਜਿਹੜਾ ਅਗਲੀ ਜੋ ਟਰਮ ਹੈ ਨਾ ਬਾਕੀ ਗੁਣਨਖੰਡ, ਤਾਂ ਇਹਦੇ ਵਿੱਚ ਦੇਖੋ ਵੀ ਬਾਕੀ ਤੋਂ ਭਾਵ ਕੀ ਹੈ। ਇੱਕ ਤਾਂ ਦੇਖੋ ਸਾਂਝੇ ਗੁਣਨਖੰਡ ਦੇ ਵਿੱਚ ਆ ਗਏ, ਜਿਹੜੇ ਰਹਿ ਗਏ ਹੈ ਨਾ, ਜਿਵੇਂ ਇਹ ਵਾਲੇ 2 ਗੁਣਾ 2 ਨੂੰ ਦੇਖੋ, ਇਹ ਜੋ ਹੈ ਮਤਲਬ ਬਾਕੀਆਂ ਦੇ ਵਿੱਚ ਜੋ ਹੈ ਰਹਿ ਗਏ ਹੈ। ਇਹਨਾਂ ਦੀ ਵਰਤੋਂ ਜੋ ਹੈ ਸਾਂਝੇ ਗੁਣਨਖੰਡ ਦੇ ਵਿੱਚ ਅਸੀਂ ਨਹੀਂ ਕੀਤੀ ਹੈ, ਤਾਂ ਇਹ ਜੋ ਹੈ ਬਾਕੀ ਗੁਣਨਖੰਡ ਵਾਲੀ ਜੋ ਕੈਟੇਗਰੀ ਹੈ ਉਹਦੇ ਵਿੱਚ ਜੋ ਹੈ ਇਹਨਾਂ ਦੀ ਗਿਣਤੀ ਹੋਏਗੀ, ਠੀਕ ਹੈ। ਹਾਂਜੀ, ਤਾਂ ਹੁਣ ਇਹ ਜੋ ਲਘੁੱਤਮ ਸਮਾਪ ਵਰਤੈ ਹੈ ਇਹ ਮਹੱਤਮ ਸਮਾਪ ਵਰਤਕ ਤੋਂ ਕਿਵੇਂ ਜੋ ਹੈ ਡਿਫਰੈਂਟ ਹੈ। ਇਹਦੇ ਵਿੱਚ ਇੱਕ ਤਾਂ ਅਸੀਂ ਇਹਨਾਂ ਤਿੰਨਾਂ ਨੂੰ ਜੋ ਹੈ ਗੁਣਾ ਕਰਨਾ ਹੈ, ਤੇ ਗੁਣਾ ਕਰਕੇ ਨਾ ਨਾਲ ਜਿਹੜੇ ਇਹ 2 ਹੈ, ਠੀਕ ਹੈ, ਬਾਕੀ ਗੁਣਨਖੰਡ ਇਹਨਾਂ ਨੂੰ ਵੀ ਜੋ ਹੈ ਗੁਣਾ ਕਰਨਾ ਹੈ।
ਇੱਥੇ ਡਿਫਰੈਂਸ ਆ ਜਾਂਦਾ ਹੈ, ਕਿਉਂਕਿ ਜਿਹੜਾ HCF ਸੀ ਉਹਦੇ ਵਿੱਚ ਅਸੀਂ ਸਿਰਫ ਇਹਨਾਂ ਨੂੰ ਗੁਣਾ ਕਰਕੇ ਜੋ ਹੈ ਰਿਜ਼ਲਟ ਲਿਖ ਦਿੰਦੇ ਹੁੰਦੇ ਸੀ। ਜਿਹੜਾ ਲਘੁੱਤਮ ਸਮਾਪ ਵਰਤਿਆ ਹੈ ਨਾ, ਉਹਦੇ ਵਿੱਚ ਬਾਕੀ ਦੇ ਜਿਹੜੇ ਗੁਣਨਖੰਡ ਹੈ ਉਹ ਵੀ ਜੋ ਹੈ ਗੁਣਾ ਹੋਣਗੇ। ਠੀਕ ਹੈ, ਇਹਦੇ ਨਾਲ ਜੋ ਹੈ ਉਹ ਗੁਣਾ ਹੋਣਗੇ। ਹਾਂਜੀ, ਤੇ ਇਸ ਤੋਂ ਇਲਾਵਾ ਜਿਹੜਾ ਦੂਜੇ ਵਾਲਾ ਜੋ ਮੈਥਡ ਹੈ ਉਹ ਮੈਨੂੰ ਜ਼ਿਆਦਾ ਈਜ਼ੀ ਲੱਗਦਾ ਹੈ। ਇਹਨਾਂ ਨੇ ਜਾਂ ਕਰਕੇ ਜੋ ਹੈ ਲਿਖਿਆ ਹੋਇਆ ਹੈ। ਹਾਂਜੀ ਦੇਖੋ, मैं ਤੁਹਾਨੂੰ ਸਵਾਲ ਜੋ ਹੈ ਜੋ ਕਰਵਾਉਣਾ ਹੈ, ਸਵਾਲ ਨੰਬਰ 1 ਉਹ ਜੋ ਹੈ ਇसी ਵਾਲੇ ਮੈਥਡ ਦੇ ਨਾਲ ਕਰਵਾਵਾਂਗਾ। ਜਿਹੜਾ ਇਹਨਾਂ ਨੇ ਜਾਂ ਦੇ ਵਿੱਚ ਦਿੱਤਾ ਹੋਇਆ ਹੈ ਇਹ ਮੈਨੂੰ ਜ਼ਿਆਦਾ ਈਜ਼ੀ ਲੱਗਦਾ ਹੈ, ਜ਼ਿਆਦਾ ਸੌਖਾ ਹੈ। ਹਾਂਜੀ, ਇਹਨਾਂ ਦੋਹਾਂ ਅਭਾਜ ਗੁਣਨਖੰਡਾਂ ਵਿੱਚ 2 ਵੱਧ ਤੋਂ ਵੱਧ 4 ਵਾਰ ਆਇਆ ਹੈ ਅਤੇ 3 ਵੱਧ ਤੋਂ ਵੱਧ 1 ਵਾਰ ਆਇਆ ਹੈ। ਹੁਣ ਇਸ ਲਾਈਨ ਦਾ ਕੀ ਮਤਲਬ ਹੈ? ਜੋ ਇਹਨਾਂ ਨੇ ਇੱਥੇ ਲਿਖਿਆ ਹੈ ਵੀ 2 ਜੋ ਹੈ ਉਹ ਵੱਧ ਤੋਂ ਵੱਧ 4 ਵਾਰ ਆਇਆ ਹੈ ਅਤੇ 3 ਜੋ ਹੈ ਉਹ ਵੱਧ ਤੋਂ ਵੱਧ 1 ਵਾਰ ਆਇਆ ਹੈ। ਹਾਂਜੀ, ਆਓ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹਨਾਂ ਨੇ ਕੀ ਜੋ ਹੈ ਇਸ 'ਚ ਸਮਝਾਇਆ ਹੈ। ਹਾਂਜੀ, ਜ਼ਰਾ ਇਹ 12 ਨੂੰ ਦੇਖੋ, ਇਹਦੇ ਵਿੱਚ 2 ਜੋ ਹੈ ਕਿੰਨੀ ਵਾਰ ਆ ਰਿਹਾ ਹੈ? 2 ਵਾਰੀ ਆ ਰਿਹਾ ਹੈ। 48 ਦੇ ਵਿੱਚ ਦੇਖਣਾ ਜ਼ਰਾ 2 ਜੋ ਹੈ ਕਿੰਨੀ ਵਾਰ ਆਇਆ ਹੈ? ਇਹ ਦੇਖੋ, ਇਹ 4 ਵਾਰੀ ਆ ਰਿਹਾ ਹੈ। ਠੀਕ ਹੈ, ਤੇ 3 ਦੇਖ ਲਓ, 3 ਜੋ ਹੈ 12 ਦੇ ਵਿੱਚ ਵੀ ਜੋ ਹੈ 1 ਵਾਰੀ ਆਇਆ ਹੈ ਤੇ 48 ਦੇ ਵਿੱਚ ਵੀ ਜੋ ਹੈ 1 ਵਾਰੀ ਆਇਆ ਹੈ। ਹਾਂਜੀ, ਜਿਹੜਾ ਤਾਂ HCF ਸੀ ਉਹਦੇ ਵਿੱਚ ਅਸੀਂ ਸਿਰਫ ਸਾਂਝੇ ਵਾਲੇ ਜੋ ਹੈ ਗੁਣਨਖੰਡ ਲੈਂਦੇ ਹੁੰਦੇ ਸੀ, ਜਿਵੇਂ A ਵਾਲੇ ਹੋ ਗਏ। ਤੇ ਇਹਦੇ ਵਿੱਚ ਕੀ ਹੈ, ਲਘੁੱਤਮ ਸਮਾਪ ਵਰਤੇ ਦੇ ਵਿੱਚ ਅਸੀਂ ਨਾ ਹਰ ਇੱਕ ਗੁਣਨਖੰਡ ਨੂੰ ਜਿੰਨੀ ਵੱਧ ਤੋਂ ਵੱਧ ਮਤਲਬ ਵਾਰ ਉਹ ਆਇਆ ਹੈ ਉਨੀ ਵਾਰ ਲੈਣਾ ਹੈ। ਜਿਵੇਂ ਇੱਥੇ 12 ਤੇ 48 ਦੇ ਵਿੱਚ ਜਿਹੜਾ 2 ਹੈ ਉਹ 4 ਵਾਰੀ ਜੋ ਹੈ ਉਹ ਵੱਧ ਤੋਂ ਵੱਧ ਆਇਆ ਹੈ। ਠੀਕ ਹੈ, 12 ਦੇ ਵਿੱਚ ਤਾਂ 2 ਵਾਰੀ ਆ ਰਿਹਾ ਹੈ, ਪਰ 48 ਦੇ ਵਿੱਚ ਉਹ ਜੋ ਹੈ 4 ਵਾਰੀ ਆ ਰਿਹਾ ਹੈ, ਤਾਂ ਅਸੀਂ 4 ਵਾਲੇ ਨੂੰ ਜੋ ਹੈ ਲਵਾਂਗੇ। ਠੀਕ ਹੈ, ਤੇ ਜਿਹੜਾ 3 ਹੈ ਉਹ ਤਾਂ ਦੋਵਾਂ ਦੇ ਵਿੱਚ 1 ਵਾਰੀ ਆਇਆ ਹੈ। ਠੀਕ ਹੈ, ਹਾਂਜੀ ਦੇਖੋ, ਲਘੁੱਤਮ ਸਮਾਪ ਵਰਤਿਆ 12 ਤੇ 48 ਦਾ ਜਿਹੜਾ 2 ਹੈ ਉਹ ਚਾਰੋਂ ਵਾਰੀ ਅਸੀਂ ਲੈਣਾ ਹੈ। ਠੀਕ ਹੈ, ਜਿੰਨੀ ਵਾਰ ਵੱਧ ਤੋਂ ਵੱਧ ਉਹ ਆਇਆ ਹੈ ਉਨੀ ਵਾਰ ਜੋ ਹੈ ਅਸੀਂ ਲਿਖ ਦੇਣਾ ਹੈ। ਹਾਂਜੀ, ਤੇ ਜਿਹੜਾ 3 ਆਇਆ ਸੀ ਉਹ ਇੱਕੋ ਵਾਰ ਆਇਆ ਸੀ, ਤਾਂ ਉਸ ਨੂੰ ਇੱਕੋ ਵਾਰ ਲਿਖ ਦਿੱਤਾ। ਤਾਂ ਇਹਨਾਂ ਸਾਰਿਆਂ ਨੂੰ ਗੁਣਾ ਕਰਕੇ ਜੋ ਹੈ 48 ਆਉਂਦਾ ਹੈ। 2 ਦੂਣੀ 4 ਹੋ ਗਿਆ, 4 ਦੂਣੀ 8 ਹੋ ਗਿਆ, 8 ਦੂਣੀ 16 ਹੋ ਗਿਆ, 16 ਤੀਏ 48 ਹੋ ਗਿਆ। ਠੀਕ ਹੈ ਜੀ, ਬਾਕੀ ਜੇਕਰ ਅਗਰ ਤੁਹਾਨੂੰ ਹਾਲੇ ਵੀ ਲਘੁੱਤਮ ਸਮਾਪ ਵਰਤਿਆ ਨਹੀਂ ਸਮਝ ਆਇਆ ਹੈ ਤਾਂ ਚਲੋ ਆਪਾਂ ਆਪਣਾ ਜੋ ਸਵਾਲ ਨੰਬਰ 1 ਹੈ ਉਸਦੇ ਜਿੰਨੇ ਵੀ ਪਾਰਟਸ ਹੈ ਉਹ ਕਰਦੇ ਹਾਂ। ਉਸ ਦੇ ਨਾਲ ਤੁਹਾਨੂੰ ਜੋ ਹੈ ਹੋਰ ਇਸ ਕੰਸੈਪਟ ਦੀ ਜੋ ਹੈ ਉਹ ਕਲੈਰਿਟੀ ਹੋ ਜਾਏਗੀ। ਚਲੋ ਸਟਾਰਟ ਕਰਦੇ ਹਾਂ। ਹਾਂਜੀ, ਸਵਾਲ ਨੰਬਰ 1 ਦੇ ਵਿੱਚ ਇਹਨਾਂ ਨੇ ਕਿਹਾ ਹੈ ਵੀ ਹੇਠਾਂ ਦਿੱਤੀਆਂ ਸੰਖਿਆਵਾਂ ਦਾ ਲਘੁੱਤਮ ਸਮਾਪ ਵਰਤਿਆ ਜੋ ਹੈ ਪਤਾ ਕਰੋ। ਦੇਖੋ, ਇੱਥੇ ਨਾ ਸਵਾਲ ਨੰਬਰ 1 ਤੇ 2 ਦੇ ਵਿੱਚ ਨੋਟਿਸ ਕਰਨਾ, ਇਹਨਾਂ ਨੇ ਇਹ ਤਾਂ ਕਹਿਤਾ ਵੀ ਲਘੁੱਤਮ ਸਮਾਪ ਵਰਤਿਆ ਜੋ ਹੈ ਪਤਾ ਕਰੋ, ਪਰ ਇਹਨਾਂ ਨੇ ਇਹ ਨਹੀਂ ਦੱਸਿਆ ਵੀ ਕਿਹੜੀ ਵਿਧੀ ਰਾਹੀਂ ਜੋ ਹੈ ਪਤਾ ਕਰਨਾ ਹੈ। ਵੀ ਗੁਣਜ ਵਿਧੀ ਰਾਹੀਂ ਅਸੀਂ ਪਤਾ ਕਰਨਾ ਹੈ, ਅਭਾਜ ਗੁਣਨਖੰਡ ਵਿਧੀ ਰਾਹੀਂ ਜੋ ਹੈ ਪਤਾ ਕਰਨਾ ਹੈ, ਜਾਂ ਫਿਰ ਜੋ ਹੈ ਭਾਗ ਵਿਧੀ ਰਾਹੀਂ ਜੋ ਹੈ ਪਤਾ ਕਰਨਾ ਹੈ। ਤਾਂ ਦੇਖੋ, ਸਵਾਲ ਨੰਬਰ 3 ਦੇ ਵਿੱਚ ਇਹਨਾਂ ਨੇ ਸਾਫ਼ ਲਿਖ ਦਿੱਤਾ ਹੈ ਵੀ ਲਘੁੱਤਮ ਸਮਾਪ ਵਰਤਿਆ ਤਾਂ ਅਸੀਂ ਜੋ ਹੈ ਪਤਾ ਕਰਨਾ ਹੈ, ਪਰ ਅਭਾਜ ਗੁਣਨਖੰਡ ਵਿਧੀ ਰਾਹੀਂ ਜੋ ਹੈ ਪਤਾ ਕਰਨਾ ਹੈ। ਤੇ ਇੱਦਾਂ ਹੀ ਜੋ ਸਵਾਲ ਨੰਬਰ 4 ਹੈ ਉਹਦੇ ਵਿੱਚ ਵੀ ਲਘੁੱਤਮ ਸਮਾਪ ਵਰਤਿਆ ਤਾਂ ਪਤਾ ਕਰਨਾ ਹੈ, ਪਰ ਭਾਗ ਵਿਧੀ ਰਾਹੀਂ ਜੋ ਹੈ ਪਤਾ ਕਰਨਾ ਹੈ। ਤਾਂ ਇੱਥੇ ਇਹਨਾਂ ਨੇ ਜੋ ਹੈ ਸਵਾਲ ਨੰਬਰ 1 ਤੇ 2 ਦੇ ਵਿੱਚ ਲਿਖਿਆ ਨਹੀਂ ਸੀ, ਤਾਂ ਇੱਥੇ ਤੁਸੀਂ ਕੋਈ ਵੀ ਜੋ ਹੈ ਵਿਧੀ ਜੋ ਹੈ ਲਗਾ ਸਕਦੇ ਹੋ। ਚਾਹੇ ਤੁਸੀਂ ਭਾਗ ਵਿਧੀ ਰਾਹੀਂ ਕਰ ਲਓ, ਚਾਹੇ ਅਭਾਜ ਗੁਣਨਖੰਡ ਵਿਧੀ ਰਾਹੀਂ ਕਰ ਲਓ, ਚਾਹੇ ਜੋ ਹੈ ਤੁਸੀਂ ਆਪਣਾ ਗੁਣਜ ਵਿਧੀ ਰਾਹੀਂ ਜੋ ਹੈ ਕਰ ਲਓ। ਠੀਕ ਹੈ, ਤਾਂ ਜੋ ਸਵਾਲ ਨੰਬਰ 1 ਹੈ ਉਹ ਮੈਂ ਤੁਹਾਨੂੰ ਅਭਾਜ ਗੁਣਨਖੰਡ ਵਿਧੀ ਰਾਹੀਂ ਜੋ ਹੈ ਕਰਵਾਵਾਂਗਾ, ਤੇ ਸਵਾਲ ਨੰਬਰ 2 ਜੋ ਹੈ ਉਹ ਅਸੀਂ ਭਾਗ ਵਿਧੀ ਰਾਹੀਂ ਕਰਾਂਗੇ। ਠੀਕ ਹੈ, ਹਾਂਜੀ, ਸਵਾਲ ਨੰਬਰ 1 ਦੇ ਵਿੱਚ A ਪਾਰਟ ਹੈ ਸਾਡੇ ਕੋਲ 5 ਤੇ 10। ਹਾਂਜੀ, ਪਹਿਲੀ ਜੋ ਸੰਖਿਆ ਹੈ ਉਹ ਹੈ 5 ਤੇ ਅਗਲੀ ਵਾਲੀ ਸੰਖਿਆ ਹੈ 10। ਹਾਂਜੀ, 5 ਏਕਮ 5 ਇਹ ਟਾਂਕ ਸੰਖਿਆ ਹੈ। ਠੀਕ ਹੈ, ਤੇ ਟਾਂਕ ਸੰਖਿਆ ਦੇ ਨਾਲ ਨਾਲ ਇਹ ਜੋ ਹੈ
ਅਭਾਜ ਸੰਖਿਆ ਵੀ ਹੈ, ਪ੍ਰਾਈਮ ਨੰਬਰ ਵੀ ਹੈ ਨਾ। ਸਿਰਫ ਜੋ 5 ਹੈ ਉਹ ਜਾਂ ਤਾਂ ਇੱਕ ਨਾਲ ਭਾਗ ਹੁੰਦਾ ਹੈ, ਜਾਂ 5 ਜੋ ਹੈ ਆਪਣੇ ਹੀ ਪਹਾੜੇ 5 ਤੇ ਹੀ ਜੋ ਹੈ ਭਾਗ ਹੁੰਦਾ ਹੈ। ਹਾਂਜੀ, ਇਸ ਤੋਂ ਬਾਅਦ ਅਗਲੀ ਜੋ ਸੰਖਿਆ ਹੈ ਉਹ 10 ਹੈ। ਇਹ ਜਿਸ ਸੰਖਿਆ ਹੈ ਦੋ ਨਾਲ ਭਾਗ ਦੇ ਸਕਦੇ ਹਾਂ। 2 ਪੰਜੇ 10 ਹੋ ਗਿਆ, ਅਤੇ 5 ਏਕਮ 5 ਹੋ ਗਿਆ। ਹਾਂਜੀ, ਹੁਣ ਅਸੀਂ ਇਹਨਾਂ ਦੇ ਗੁਣਨਖੰਡ ਜੋ ਹੈ ਲਿਖ ਦਿੰਦੇ ਹਾਂ, ਅਭਾਜ ਗੁਣਨਖੰਡ। ਤਾਂ 5 ਦੇ ਅਭਾਜ ਗੁਣਨਖੰਡ ਹੈਗੇ ਆ 5 ਗੁਣਾ 1। ਚਲੋ ਇੱਕ ਮੈਂ ਲਿਖ ਦਿੱਤਾ, ਬਾਕੀ ਨਹੀਂ ਵੀ ਲਿਖਦੇ ਤਾਂ ਕੋਈ ਫਰਕ ਨਹੀਂ ਪੈਂਦਾ। ਹਾਂਜੀ, 10 ਦੇ ਜੋ ਅਭਾਜ ਗੁਣਨਖੰਡ ਹੈ, ਮੈਂ ਨਾ ਇੱਥੇ ਇੱਕ ਨੂੰ ਹਟਾ ਦਿੰਦਾ, ਫਿਰ ਤੁਹਾਨੂੰ ਕੋਈ ਕਨਫਿਊਜ਼ਨ ਨਾ ਹੋ ਜਾਏ, ਠੀਕ ਹੈ ਜੀ। ਹਾਂਜੀ, ਅਤੇ 10 ਦੇ ਜੋ ਗੁਣਨਖੰਡ ਹੈ ਉਹ ਹੈਗੇ ਹੈ 2 ਗੁਣਾ 5। ਹਾਂਜੀ, ਹੁਣ ਥੱਲੇ ਅਸੀਂ ਕੀ ਲਿਖਾਂਗੇ, ਦੇਖੋ 5 ਅਤੇ 10 ਦਾ ਲਘੁੱਤਮ ਸਮਾਪ ਵਰਤੈ। ਹਾਂਜੀ, ਜ਼ਰਾ ਧਿਆਨ ਨਾਲ ਦੇਖੋ, ਜੋ 5 ਹੈ, ਠੀਕ ਹੈ, ਉਹ ਕਿੰਨੀ ਵਾਰ ਆ ਰਿਹਾ ਹੈ, ਉਹ ਇੱਕੋ ਵਾਰੀ ਆ ਰਿਹਾ ਹੈ। 5 ਦੇ ਵਿੱਚ ਵੀ ਇੱਕ ਵਾਰ ਆ ਰਿਹਾ ਹੈ, 10 ਦੇ ਗੁਣਨਖੰਡਾਂ ਦੇ ਵਿੱਚ ਵੀ ਜੋ ਹੈ ਉਹ ਇੱਕ ਵਾਰ ਆ ਰਿਹਾ ਹੈ, ਠੀਕ ਹੈ। ਤਾਂ ਉਸਨੂੰ ਅਸੀਂ ਇੱਕ ਵਾਰ ਹੀ ਲਿਖਾਂਗੇ। ਹਾਂਜੀ, ਹੁਣ ਦੇਖੋ ਜਿਹੜਾ 2 ਹੈ ਉਹ ਕਿੰਨੀ ਵਾਰ ਆ ਰਿਹਾ ਹੈ, ਵੱਧ ਤੋਂ ਵੱਧ ਉਹ ਵੀ ਜੋ ਹੈ ਇੱਕੋ ਵਾਰ ਆ ਰਿਹਾ ਹੈ 10 ਦੇ ਵਿੱਚ, ਠੀਕ ਹੈ। ਤਾਂ ਉਸਨੂੰ ਵੀ ਜੋ ਹੈ ਅਸੀਂ ਇੱਕੋ ਵਾਰ ਲਿਖਾਂਗੇ। ਹਾਂਜੀ, 5 ਗੁਣਾ 2 ਇਹ ਹੋ ਜਾਏਗਾ ਜੀ 10। ਹਾਂਜੀ, 5 ਅਤੇ 10 ਦਾ ਜੋ ਲਘੁੱਤਮ ਸਮਾਪ ਵਰਤੈ ਹੈ ਉਹ ਹੈ 10। 5 ਗੁਣਾ 10, 5 ਗੁਣਾ 2 ਬਰਾਬਰ ਹੈ 10 ਦੇ। ਹਾਂਜੀ, ਅਗਲੇ ਵਾਲਾ ਹੈ ਜੀ 6,18। ਹਾਂਜੀ, पहली संख्या है 6, दूजी संख्या है 18। 6 जो है जिस संख्या है दो नाल भाग दे सकते हैं, 2 तीए 6, 3 एकम 3। हाँ जी, 18 भी जो है वो जिस संख्या है दो नाल भाग दे सकते हैं, 2 नी में 18, 3 तीए 9, 3 एकम 3। हाँ जी, 6 ਦੇ ਜੋ ਅਭਾਜ ਗੁਣਨਖੰਡ ਨੇ ਉਹ ਹੈਗੇ ਨੇ 2 ਗੁਣਾ 3, ਅਤੇ 18 ਦੇ ਜੋ ਅਭਾਜ ਗੁਣਨਖੰਡ ਹੈਗੇ ਨੇ ਉਹ ਹੈਗੇ ਨੇ 2 ਗੁਣਾ 3 ਗੁਣਾ 3। ਹਾਂਜੀ, 6 ਅਤੇ 18 ਦਾ ਲਘੁੱਤਮ ਸਮਾਪ ਵਰਤੈ। ਹਾਂਜੀ, ਇਹ ਬਰਾਬਰ ਹੋ ਜਾਏਗਾ। ਵੇਖੋ ਜਿਹੜਾ 2 ਹੈ ਉਹ ਵੱਧ ਤੋਂ ਵੱਧ ਕਿੰਨੀ ਵਾਰ ਆ ਰਿਹਾ ਹੈ, 6 ਦੇ ਵਿੱਚ ਵੀ ਜੋ ਹੈ ਇੱਕ ਵਾਰ ਆਇਆ ਹੈ, ਅਤੇ 18 ਦੇ ਵਿੱਚ ਵੀ ਜੋ ਹੈ ਇੱਕ ਵਾਰੀ ਆਇਆ ਹੈ। ਤਾਂ 2 ਨੂੰ ਜੋ ਹੈ ਅਸੀਂ ਇੱਕੋ ਵਾਰ ਜੋ ਹੈ ਲਿਖਾਂਗੇ। ਹਾਂਜੀ, ਗੁਣਾ ਦੇ ਵਿੱਚ ਹੁਣ ਦੇਖੋ ਜਿਹੜਾ 3 ਹੈ ਉਹ 6 ਦੇ ਵਿੱਚ ਤਾਂ ਇੱਕ ਵਾਰੀ ਆਇਆ ਹੈ, 18 ਦੇ ਵਿੱਚ ਇਹ ਜੋ ਹੈ 2 ਵਾਰੀ ਆ ਰਿਹਾ ਹੈ, ਇੱਕ ਵਾਰੀ ਅਤੇ 2 ਵਾਰੀ, ਠੀਕ ਹੈ। ਤਾਂ ਅਸੀਂ ਵੱਧ ਤੋਂ ਵੱਧ ਜੋ ਹੈ ਲਿਖਣਾ ਹੁੰਦਾ ਹੈ, ਤਾਂ ਜੋ 3 ਹੈ ਨਾ ਉਸਨੂੰ ਅਸੀਂ 2 ਵਾਰੀ ਲਿਖਾਂਗੇ, ਕਿਉਂਕਿ ਅਸੀਂ ਲਘੁੱਤਮ ਸਮਾਪ ਵਰਤੇ ਦੇ ਵਿੱਚ ਵੱਧ ਤੋਂ ਵੱਧ ਜੋ ਹੈ ਅਭਾਜ ਗੁਣਨਖੰਡ ਨੂੰ ਲਿਖਣਾ ਹੁੰਦਾ ਹੈ। ਹਾਂਜੀ, 3 ਗੁਣਾ 3, ਇਹਨਾਂ ਤਿੰਨਾਂ ਨੂੰ ਗੁਣਾ ਕਰਕੇ 2 ਤੀਏ 6, 6 ਤੀਏ 18 ਜੋ ਹੈ ਆਉਂਦਾ ਹੈ। ਹਾਂਜੀ, 2 ਤੀਏ 6 ਅਤੇ 6 ਤੀਏ 18। 6 ਅਤੇ 18 ਦਾ ਲਘੁੱਤਮ ਸਮਾਪ ਵਰਤੈ ਹੈ 18। ਸੀ ਪਾਰਟ ਹੈ ਜੀ 25 ਅਤੇ 50, ਠੀਕ ਹੈ। ਇਹਨਾਂ ਦਾ ਅਸੀਂ ਜੋ ਹੈ ਲਘੁੱਤਮ ਸਮਾਪ ਵਰਤੈ ਜੋ ਹੈ ਕੱਢਣਾ ਹੈ 25 ਅਤੇ 50 ਦਾ।
हाँ जी, पहली संख्या है 25 ਤੇ ਅਗਲੀ ਸੰਖਿਆ ਹੈ 50। 25 ਜੋ ਹੈ ਉਹ ਟਾਂਕ ਸੰਖਿਆ ਹੈ, ਤਾਂ 2 ਨਾਲ ਤਾਂ ਭਾਗ ਨਹੀਂ ਹੋ ਸਕਦਾ। ਪੰਜੂ ਪੰਜੇ 25 ਹੋ ਗਿਆ, 5 ਏਕਮ 5 ਹੋ ਗਿਆ। ਹਾਂਜੀ, 50 ਜੋ ਹੈ ਉਹ ਜਿਸ ਸੰਖਿਆ ਹੈ 2 ਨਾਲ ਭਾਗ ਦੇ ਸਕਦੇ ਹਾਂ, ਤਾਂ 50 ਨੂੰ 2 ਨਾਲ ਭਾਗ ਦੇਵਾਂਗੇ 25 ਆਉਂਦਾ ਹੈ। ਫਿਰ ਅੱਗੇ 5 ਪੰਜੂ ਪੰਜੇ 25 ਹੋ ਗਿਆ ਅਤੇ 5 ਏਕਮ 5 ਹੋ ਗਿਆ। ਹਾਂਜੀ, 25 ਦੇ ਜੋ ਅਭਾਜ ਗੁਣਨਖੰਡ ਹੈ ਉਹ ਹੈਗੇ ਹੈ 5 ਗੁਣਾ 5 ਅਤੇ ਜੋ 50 ਹੈ ਉਸਦੇ ਅਭਾਜ ਗੁਣਨਖੰਡ ਹੈ 2 ਗੁਣਾ 5 ਗੁਣਾ 5। ਹਾਂਜੀ, ਹੁਣ ਦੇਖੋ ਅਸੀਂ ਲਿਖਣਾ ਹੈ ਇਹਨਾਂ ਦੋਵਾਂ ਦਾ ਲਘੁੱਤਮ ਸਮਾਪ ਵਰਤ ਹੈ। 25 ਅਤੇ 50 ਦਾ ਲਘੁੱਤਮ ਸਮਾਪ ਵਰਤ ਹੈ। ਹਾਂਜੀ, ਬਰਾਬਰ ਹੈ ਇਹ। ਦੇਖੋ 25 ਦੇ ਵਿੱਚ ਜੋ 5 ਹੈ ਉਹ 2 ਵਾਰੀ ਆ ਰਿਹਾ ਹੈ, ਅਤੇ 50 ਦੇ ਵਿੱਚ ਵੀ ਜੋ ਹੈ 5 ਜੋ ਹੈ ਉਹ ਵੱਧ ਤੋਂ ਵੱਧ 2 ਵਾਰੀ ਆ ਰਿਹਾ ਹੈ। ਤਾਂ ਇੱਕ ਤਾਂ ਜੋ 5 ਹੈ ਉਸਨੂੰ 2 ਵਾਰੀ ਜੋ ਹੈ ਗੁਣਾ ਕਰਕੇ ਲਿਖ ਦਿਓ। ਹਾਂਜੀ, 25 ਦੇ ਵਿੱਚ 2 ਜੋ ਹੈ ਉਹ ਆ ਨਹੀਂ ਰਿਹਾ, 50 ਦੇ ਵਿੱਚ 2 ਆ ਰਿਹਾ ਹੈ ਅਤੇ ਇੱਕੋ ਵਾਰੀ ਆ ਰਿਹਾ ਹੈ। ਤਾਂ ਜੋ 2 ਹੈ ਉਸਨੂੰ ਵੀ ਲਿਖ ਦਾਂਗੇ ਅਸੀਂ। ਇੱਕੋ ਵਾਰੀ ਆ ਰਿਹਾ ਤਾਂ ਇੱਕੋ ਵਾਰੀ ਹੀ ਲਿਖਾਂਗੇ। ਹਾਂਜੀ, 5 ਗੁਣਾ 5 ਇਹ ਹੋ ਗਿਆ 25, ਠੀਕ ਹੈ। ਪੰਜੂ ਪੰਜੇ 25 ਹੋ ਗਿਆ, 25 ਦੁਣਾ 50 ਹੋ ਗਿਆ। ਤਾਂ ਇਹਨਾਂ ਦਾ ਜੋ LCM ਜਾਂ ਲਘੁੱਤਮ ਸਮਾਪ ਵਰਤਿਆ ਆਇਆ ਹੈ 25 ਅਤੇ 50 ਦਾ, ਉਹ ਹੈ 50, ਠੀਕ ਹੈ। ਪੰਜੂ ਪੰਜੇ 25 ਹੋ ਗਿਆ, 25 ਦੂਣੀ 50 ਹੋ ਗਿਆ। ਹਾਂਜੀ, ਅਗਲੇ ਵਾਲਾ ਜੋ ਡੀ ਪਾਰਟ ਹੈ ਉਹ ਹੈ 9,24, ਠੀਕ ਹੈ। 9 ਅਤੇ 24 ਦਾ ਜੋ ਹੈ ਅਸੀਂ ਲਘੁੱਤਮ ਸਮਾਪ ਵਰਤਿਆ ਜੋ ਹੈ ਉਹ ਕੱਢਣਾ ਹੈ। ਹਾਂਜੀ, ਪਹਿਲੀ ਸੰਖਿਆ ਹੈ 9, ਦੂਜੀ ਸੰਖਿਆ ਹੈ 24। ਤਾਂ 9 ਜੋ ਹੈ ਉਹ ਟਾਂਕ ਸੰਖਿਆ ਹੈ, ਅਤੇ 2 ਨਾਲ ਤਾਂ ਭਾਗ ਹੋ ਨਹੀਂ ਸਕਦੀ, ਤਾਂ 3 ਨਾਲ ਕਰਾਂਗੇ। 3 ਤੀਏ 9 ਹੋ ਗਿਆ ਅਤੇ 3 ਏਕਮ 3 ਹੋ ਗਿਆ। ਹਾਂਜੀ, 24 ਜੋ ਹੈ ਉਹ ਜਿਸ ਸੰਖਿਆ ਹੈ 2 ਨਾਲ ਭਾਗ ਦੇ ਸਕਦੇ ਹਾਂ। 24 ਨੂੰ 2 ਨਾਲ ਭਾਗ ਕਰਕੇ ਇਹ ਆਉਂਦਾ ਜੀ 12। 12 ਨੂੰ 2 ਨਾਲ ਭਾਗ ਕਰਾਂਗੇ ਤਾਂ 6, ਅਤੇ 6 ਨੂੰ 2 ਨਾਲ ਭਾਗ ਕਰਾਂਗੇ ਤਾਂ 3, ਅਤੇ 3 ਏਕਮ 3 ਹੋ ਗਿਆ। ਹਾਂਜੀ, 9 ਦੇ ਜੋ ਅਭਾਜ ਗੁਣਨਖੰਡ ਹੈ ਉਹ ਹੈ 3 ਗੁਣਾ 3, ਅਤੇ 24 ਦੇ ਜੋ ਅਭਾਜ ਗੁਣਨਖੰਡ ਹੈ ਉਹ ਹੈਗੇ ਹੈ 2 ਗੁਣਾ 2 ਗੁਣਾ 2 ਗੁਣਾ 3। ਹਾਂਜੀ, ਹੁਣ ਅਸੀਂ ਲਿਖਾਂਗੇ 9 ਅਤੇ 24 ਦਾ ਲਘੁੱਤਮ ਸਮਾਪ ਵਰਤੈ। ਹਾਂਜੀ, ਇਹ ਬਰਾਬਰ ਹੈ। ਹੁਣ ਇਸਨੂੰ ਜ਼ਰਾ ਸਿੱਖ ਲਓ ਵੀ ਇਸਨੂੰ ਕਿਵੇਂ ਲਿਖਣਾ ਹੈ। ਦੇਖੋ 9 ਦੇ ਵਿੱਚ ਜਿਹੜਾ 3 ਹੈ, ਜੋ 9 ਦੇ ਅਭਾਜ ਗੁਣਨਖੰਡ ਹੈ ਉਹ ਜੋ ਹੈ ਦੇਖੋ 3 ਜੋ ਹੈ ਉਹ 2 ਵਾਰੀ ਆ ਰਿਹਾ ਹੈ, ਠੀਕ ਹੈ। ਤਾਂ 3 ਨੂੰ ਅਸੀਂ ਵੱਧ ਤੋਂ ਵੱਧ 2 ਵਾਰੀ ਲਿਖਾਂਗੇ, ਕਿਉਂਕਿ 24 ਦੇ ਵਿੱਚ ਜੋ 3 ਹੈ ਉਹ ਇੱਕ ਵਾਰੀ ਆ ਰਿਹਾ ਹੈ। ਅਸੀਂ ਤਾਂ ਅਭਾਜ ਗੁਣਨਖੰਡ ਦਾ ਜਿੰਨਾ ਵੱਧ ਤੋਂ ਵੱਧ ਜੋ ਹੈ ਮਤਲਬ ਉਹ ਆਇਆ ਹੈ ਉਹ ਸੰਖਿਆ ਲਿਖਣੀ ਹੁੰਦੀ ਹੈ। ਤਾਂ ਜੋ 3 ਹੈ ਉਹ 2 ਵਾਰੀ ਆਇਆ ਹੈ ਵੱਧ ਤੋਂ ਵੱਧ, ਉਸਨੂੰ ਅਸੀਂ ਜੋ ਹੈ 2 ਵਾਰੀ ਲਿਖਾਂਗੇ। ਹਾਂਜੀ, ਹੁਣ 2 ਨੂੰ ਜੋ ਹੈ ਦੇਖੋ 9 ਦੇ ਵਿੱਚ ਜੋ ਹੈ ਉਹ 2 ਆ ਹੀ ਨਹੀਂ ਰਿਹਾ। 24 ਦੇ ਵਿੱਚ ਜੋ ਹੈ ਉਹ 2 ਜੋ ਹੈ ਉਹ 3 ਵਾਰੀ ਆਇਆ ਹੈ, ਠੀਕ ਹੈ। ਦੇਖੋ 1 ਵਾਰੀ, 2 ਵਾਰੀ ਅਤੇ 3 ਵਾਰੀ। ਹਾਂਜੀ, ਤਾਂ ਜਿੰਨੀ ਵੱਧ ਤੋਂ ਵੱਧ ਵਾਰੀ ਜੋ ਹੈ ਮਤਲਬ ਕੋਈ ਸੰਖਿਆ ਆਉਂਦੀ ਹੈ ਅਭਾਜ ਗੁਣਨਖੰਡ ਜੋ ਹੈ ਉਹ ਆਉਂਦਾ ਹੈ, ਉਹ ਅਸੀਂ ਲਿਖਣਾ ਹੁੰਦਾ ਹੈ। ਤਾਂ ਜਿਹੜਾ 2 ਹੈ ਉਸਨੂੰ ਅਸੀਂ ਇੱਥੇ ਵੱਧ ਤੋਂ ਵੱਧ ਜੋ ਹੈ 3 ਵਾਰੀ ਲਿਖਾਂਗੇ। ਹਾਂਜੀ,
ਦੇਖੋ 3 ਜੋ ਹੈ ਉਹ 2 ਵਾਰੀ ਆ ਰਿਹਾ ਸੀ ਵੱਧ ਤੋਂ ਵੱਧ, ਤੇ ਜਿਹੜਾ 2 ਹੈ ਉਹ 3 ਵਾਰੀ ਆਇਆ ਹੈ ਵੱਧ ਤੋਂ ਵੱਧ। ਹੁਣ ਇਹਨਾਂ ਸਾਰਿਆਂ ਨੂੰ ਗੁਣਾ ਕਰ ਦਿੰਦੇ ਆ। 3 ਤੀਏ 9 ਹੋ ਗਿਆ, 9 ਦੂਣੀ 18, 18 ਦੂਣੀ 36 ਤੇ 36 ਦੂਣੀ 72। ਇੱਕ ਵਾਰੀ ਫਿਰ ਦੇਖ ਲੈਂਦੇ ਆ। 3 ਤੀਏ 9 ਹੋ ਗਿਆ, 9 ਦੂਣੀ 18, 18 ਦੂਣੀ 36 ਤੇ 36 ਦੂਣੀ 72। ਤਾਂ 72 ਜੋ ਹੈ ਉਹ 9 ਅਤੇ 24 ਦਾ ਲਘੁੱਤਮ ਸਮਾਪ ਵਰਤਿਆ ਹੈ।